देश में कोई भी आंदोलन होता है, क्या पूरा देश ही झूठा हो गया है? सिर्फ एक महाराज सच्चे हैं, बाकी जनता झूठी है। जहाँ भी लोग प्रदर्शन करने आते हैं, ऐसा कैसे हो जाता है कि पथराव हो जाता है? ਅਸਲ 'ਚ ਮੋਦੀ ਸਰਕਾਰ ਦੇ ਸੱਤਾ ਤੇ ਆਉਣ ਤੋਂ ਬਾਅਦ 52 ਵਾਰੀ ਪੇਪਰ ਲੀਕ ਹੋਇਆ। ਉੱਥੇ ਵੀ ਅਸੀਂ ਇਹ ਕਹਿ ਕੇ ਆਏ ਆ ਵੀ ਇਹ ਲਹਿਰ ਜਿਹੜੀ ਆ ਇਹ ਸਾਰੇ ਦੇਸ਼ 'ਚ ਫੈਲੇ ਤਾਂ ਹੀ ਇਨਸਾਫ ਪ੍ਰਾਪਤ ਹੋ ਸਕਦੀ ਹੈ। ਮੰਗ 'ਚ ਲਾਜ਼ਮੀ ਆ। इतने साल वो जनता को बेवकूफ़ बना सकी है, अब और बेवकूफ़ नहीं बना पाएगी और हम सब एक साथ लड़ेंगे, तो फिर इनको पीछे हटना ही पड़ेगा। ਔਰ ਸਾਡੀ ਇੱਕ ਮੰਗ ਆ ਵੀ ਮੋਦੀ ਮਾਫੀ ਮੰਗੇ ਭਾਰਤ ਦੇ ਲੋਕਾਂ ਕੋਲੋਂ ਵੀ ਮੈਂ ਜੋ ਅਤਿਆਚਾਰ ਕੀਤਾ ਆ ਇਹ ਮੈਂ ਇੱਕ ਗੁਨਾਹ ਕੀਤਾ ਆ, ਮੈਂ ਇਹਦੇ ਲਈ ਮਾਫੀ ਮੰਗਦਾ ਆ। ਇਸ ਅੰਦੋਲਨ ਨੇ ਲੋਕਾਂ ਦੇ ਵਿੱਚ ਡਰ ਦਾ ਜਿਹੜਾ ਭੁਮਾਰਾ ਸੀ ਨਾ ਉਹ ਭੁਗਾਨਾ ਪਾੜ ਦਿੱਤਾ। ਲੋਕਾਂ ਨੇ ਨਿਡਰ ਬਣਾਤਾ ਵੀ ਆਪਣੇ ਹੱਕਾਂ ਲਈ ਡਰ ਕੇ ਨਹੀਂ ਲੜਨਾ ਚਾਹੀਦਾ, ਨਿਡਰ ਹੋ ਕੇ ਲੜਨਾ ਚਾਹੀਦਾ। ਜਿਹੜੀ ਜਿਸ ਤਰ੍ਹਾਂ ਦੀ ਵਿਦਿਅਕ ਨੀਤੀ ਲਿਆਂਦੀ ਗਈ ਹੈ, ਜਿਹੜੀਆਂ ਨੀਤੀਆਂ ਲਿਆਂਦੀਆਂ ਗਈਆਂ ਜਿਨ੍ਹਾਂ ਨੇ ਜਵਾਨੀ ਦਾ ਭਵਿੱਖ ਖਰਾਬ ਕੀਤਾ, ਉਹ ਨੀਤੀ ਨੂੰ ਬਦਲਿਆ ਜਾਵੇ। अब एक 18 साल का जो बच्चा है वो एक ऐसे देश में आपके वजह से रह रहा है जिसमें उसको कल जिंदा रहना अच्छा नहीं लग रहा है, तो इसकी जिम्मेदारी किसी को लेनी पड़ेगी और आप इस्तीफा दीजिए। इतनी मामूली सी मांग है। तो जैसे जंतर मंतर पर विद्यार्थियों के ऊपर लाठी चार्ज हुआ है, उसे आप कैसे देखते हैं? वही बात है कि सरकार डर गई है, सरकार को समझ नहीं आया। सरकार ने सोचा, दिल्ली सरकार ने या फिर जो बीजेपी की सरकार है सेंटर में, उनको ये लगा होगा कि चंद लोग आ जाएंगे, बहुत हुआ तो 10,000 आ जाएंगे। 1 लाख से ज़्यादा लोग वहाँ पर आ गए और वो गए नहीं। उनका गोल था कि वो डराएंगे, मारेंगे, पीटेंगे, क्योंकि उनमें से कई लोग पहली बार आंदोलन में हिस्सा लेने, किसी भी आंदोलन में, किसी भी प्रदर्शन में हिस्सा लेने आ रहे थे। वहाँ पे उनको मार पीट के वो डराना चाहते थे, घर भेजना चाहते थे। ਭੁੱਖ ਹੜਤਾਲ ਮਤਲਬ ਔਖੀ ਸੀਗੀ ਤੇ ਪਹਿਲੇ 5 ਦਿਨ ਤੁਹਾਨੂੰ ਬਹੁਤ ਭੁੱਖ ਲੱਗਦੀ ਹੈ, ਉਸ ਤੋਂ ਬਾਅਦ ਭੁੱਖ ਲੱਗਣੀ ਹਟ ਜਾਂਦੀ ਹੈ ਤੇ ਫਿਰ ਜਿਹੜੀ ਤੁਹਾਡੀ ਬਾਡੀ ਹੈ ਉਹ ਤਾਂ ਆਪਣੇ ਆਪ ਨੂੰ ਖਾਣਾ ਸ਼ੁਰੂ ਕਰਦੀ ਹੈ ਤੇ ਉਹਦੇ 'ਚ ਤੁਸੀਂ ਥੋੜ੍ਹੇ ਜਿਹੇ ਲਿੱਸੇ ਵੀ ਹੋ ਜਾਂਦੇ ਹੋ ਤੇ ਤੁਰਨਾ ਥੋੜ੍ਹਾ ਔਖਾ ਲੱਗਦਾ। ਪਰ ਜਿਹੜੇ ਸਾਡੇ ਸਾਥੀ ਕੰਮ ਉੱਥੇ ਸੀਗੇ, ਸਾਰੇ ਕਾਮਰੇਡ, ਸਾਰੇ ਜਿਹੜੇ ਹੋਰ ਸਾਡੇ ਦੋਸਤ ਬਣੇ, ਜਿਹੜੇ ਉੱਥੇ ਹੋਰ ਹੜਤਾਲ 'ਤੇ ਆਏ ਹੋਏ ਸੀ ਲੋਕ, ਉਹਨਾਂ ਨੇ ਪੂਰੀ ਸਾਡੀ ਸਹਾਇਤਾ ਕੀਤੀ ਤੇ ਐਂ ਲੱਗਿਆ ਵੀ ਇੱਕ ਜਿਹੜਾ ਨਵਾਂ ਹਿੰਦੁਸਤਾਨ ਹੈ ਉਹ ਸੰਭਵ ਹੈ। ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਹਾਂ ਨੇਹਾ। ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ, ਜਿੱਥੇ ਕਿ ਅੱਜ ਪ੍ਰਦਰਸ਼ਨ ਕੀਤਾ ਜਾਏਗਾ, ਧਰਨਾ ਹੋਣ ਵਾਲਾ ਹੈ। ਅਸਲ ਦੇ ਵਿੱਚ ਇਸ ਧਰਨੇ ਦਾ ਜੋ ਕਾਰਨ ਹੈ ਕਿ ਦਿੱਲੀ ਦੇ ਵਿੱਚ ਜੋ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਤਾਂ ਉਹਨਾਂ ਵਿਦਿਆਰਥੀਆਂ ਤੇ ਜੋ ਲਾਠੀ ਚਾਰਜ ਪੁਲਿਸ ਦੇ ਵੱਲੋਂ ਕੀਤਾ ਗਿਆ, ਉਸ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਏਗਾ। ਤੇ ਇਹ ਧਰਨਾ ਪ੍ਰਦਰਸ਼ਨ ਦੀ ਹੁਣ ਸ਼ੁਰੂਆਤ ਕੁਝ ਕੁ ਸਮੇਂ ਦੇ ਵਿੱਚ ਹੋਵੇਗੀ ਤੇ ਇੱਥੇ ਹੁਣ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜੋ ਆਗੂ ਨੇ ਉਹ ਮੌਜੂਦ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਅੱਜ ਜਲੰਧਰ ਦੇ ਵਿੱਚ ਹੋਣ ਵਾਲੇ ਧਰਨਾ ਪ੍ਰਦਰਸ਼ਨ ਦੇ ਵਿੱਚ ਕੀ ਕੁਝ ਹੋਵੇਗਾ। ਤੇ ਸਭ ਤੋਂ ਪਹਿਲਾਂ ਤਾਂ ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੋਵੇਗਾ ਕਿ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹਦੇ ਬਾਰੇ ਕੁਝ ਵਿਸਥਾਰ ਦੇ ਨਾਲ ਦੱਸੋ। ਅਸਲ 'ਚ ਮੋਦੀ ਸਰਕਾਰ ਦੇ ਸੱਤਾ ਤੇ ਆਉਣ ਤੋਂ ਬਾਅਦ 52 ਵਾਰੀ ਪੇਪਰ ਲੀਕ ਹੋਇਆ। ਲੱਖਾਂ ਵਿਦਿਆਰਥੀ ਆ ਦੇਸ਼ ਦੇ ਜਿਹੜੇ ਨੀਟ ਦਾ ਪੇਪਰ ਦਿੱਤਾ ਆ ਔਰ ਬੜੀ ਮਿਹਨਤ ਨਾਲ ਲੋਕਾਂ ਨੇ ਕਰਜ਼ਾ ਚੱਕ ਕੇ ਬੱਚਿਆਂ ਨੂੰ ਪੜ੍ਹਾਇਆ। ਜਦੋਂ ਪਰਚਾ ਹੁੰਦਾ ਤੇ ਲੀਕੇਜ ਹੋ ਜਾਂਦੀ ਔਰ ਲੀਕੇਜ ਕਰ ਰਹੀ ਆ ਸਰਕਾਰ ਦਾ ਇੱਕ ਬਹੁਤ ਵੱਡਾ ਗਰੁੱਪ ਬਣਿਆ ਆ ਲੁਟੇਰੇ ਲੋਕਾਂ ਦਾ, ਜਿਹੜੇ ਪੈਸੇ ਲੈ ਕੇ ਕੰਮ ਕਰਦੇ ਆ ਤੇ ਉਹਨਾਂ ਵਿਦਿਆਰਥੀਆਂ ਦੀ ਜ਼ਿੰਦਗੀ ਤਬਾਹ ਕਰਦੇ। 22 ਬੱਚੇ ਆਤਮ ਹੱਤਿਆ ਕਰ ਗਏ ਆ ਜੀ। ਉਹਦੇ ਵਿਰੋਧ ਵਿੱਚ ਦਿੱਲੀ ਜੰਤਰ ਮੰਤਰ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਚੱਲ ਰਿਹਾ। ਅਸੀਂ ਉਸ ਪ੍ਰਦਰਸ਼ਨ ਸ਼ਾਮਲ ਹੋ ਕੇ ਆਏ ਹਾਂ। ਜਿਸ ਤਰ੍ਹਾਂ ਦਾ ਉੱਥੇ ਪ੍ਰਦਰਸ਼ਨ ਆ, ਪਹਿਲਾਂ ਤਾਂ ਉਹ ਕਮਾਲ ਦਾ ਆ ਵੀ ਬੱਚੇ ਬੱਚੀਆਂ ਕਿੱਦਾਂ ਆਪਣੇ ਹੱਕਾਂ ਲਈ ਲੜ ਰਹੇ ਆ, ਤੇ ਦੂਜਾ ਜ਼ੁਲਮ ਦੀ ਇੰਤਹਾ ਆ ਵੀ ਕਿੱਦਾਂ ਉੱਥੇ RSS ਦੇ ਗੁੰਡੇ ਔਰ ਪੁਲਿਸ ਉਹਨਾਂ ਵਿਦਿਆਰਥੀਆਂ ਬੱਚਿਆਂ ਨੂੰ ਕੁੱਟ ਰਹੀ ਆ, ਧੀਆਂ ਨੂੰ ਕੁੱਟ ਰਹੀ ਆ। ਉਹ ਵੀ ਇਤਿਹਾਸ ਵਿੱਚ ਕਦੀ ਨਹੀਂ ਮਿਲਦਾ। ਔਰ ਮੈਂ ਸਮਝਦਾ ਵੀ ਜਿਹੜਾ ਸੰਵੇਦਨਸ਼ੀਲ ਵਿਅਕਤੀ ਆ ਉਹ ਮਹਿਸੂਸ ਕਰੇਗਾ ਵੀ ਇਹ ਦੇਸ਼ ਐਸੇ ਲੋਕਾਂ ਦੇ ਹੱਥਾਂ ਚਲਾ ਗਿਆ ਜਿਨ੍ਹਾਂ ਲੋਕਾਂ ਨੂੰ ਬੱਚਿਆਂ ਦੀ ਕੋਈ ਚਿੰਤਾ ਨਹੀਂ ਹੈ, ਦੇਸ਼ ਦੀ ਕੋਈ ਚਿੰਤਾ ਨਹੀਂ। ਉੱਥੇ ਬਹੁਤ ਦਰਦਨਾਕ ਅਵਸਥਾ ਆ। ਉੱਥੇ ਵੀ ਅਸੀਂ ਇਹ ਕਹਿ ਕੇ ਆਏ ਹਾਂ ਵੀ ਇਹ ਲਹਿਰ ਜਿਹੜੀ ਆ ਇਹ ਸਾਰੇ ਦੇਸ਼ 'ਚ ਫੈਲੇ ਤਾਂ ਹੀ ਇਨਸਾਫ ਪ੍ਰਾਪਤ ਹੋ ਸਕਦੀ ਹੈ। ਮੰਗ 'ਚ ਲਾਜ਼ਮੀ ਆ ਜਿਹੜਾ ਵਿੱਦਿਆ ਮੰਤਰੀ ਆ ਦੇਸ਼ ਦਾ ਜੀ, ਜਿਹਦੀ ਅਗਵਾਈ 'ਚ ਹੋਇਆ ਇਹ ਸਾਰਾ ਕੁਝ, ਉਹਨੂੰ ਬਰਖਾਸਤ ਕੀਤੇ ਬਿਨਾਂ ਇਹ ਅੰਦੋਲਨ ਵਾਪਸ ਨਹੀਂ ਹੋਣਾ। ਨੰਬਰ 2, ਜਿਹੜੇ 22 ਬੱਚਿਆਂ ਨੇ ਆਤਮ ਹੱਤਿਆ ਕੀਤੀ ਆ ਇਸ ਗੱਲ ਤੋਂ ਘਬਰਾ ਕੇ ਜਾਂ ਤੰਗ ਹੋ ਕੇ, ਉਹਨਾਂ ਮਾਵਾਂ ਦਾ, ਉਹਨਾਂ ਮਾਂ-ਬਾਪ ਦੀ ਗੱਲ ਸੁਣੀ ਜਾਵੇ, ਉਹਨਾਂ ਨਾਲ ਯੋਗ ਮੁਆਵਜ਼ਾ ਦਿੱਤਾ ਜਾਵੇ। ਤੀਜਾ ਇਹ ਆ ਵੀ ਜਿਹੜੇ ਝੂਠੇ ਕੇਸ ਉੱਥੇ ਬਣਾਏ ਆ, ਬੱਚਿਆਂ ਨੂੰ ਨਾਲੇ ਕੁੱਟਿਆ ਨਾਲੇ ਕੇਸ ਬਣਾਏ ਆ, ਉਹ ਵਾਪਸ ਕੀਤੇ ਜਾਣ। ਔਰ ਚੌਥਾ, ਜਿਨ੍ਹਾਂ ਨੇ ਮਰਸੀਲੈਸਲੀ ਕੁੱਟਿਆ ਲੋਕਾਂ ਬੱਚਿਆਂ ਨੂੰ, ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਜਾਣ। ਔਰ ਸਾਡੀ ਇੱਕ ਮੰਗ ਆ ਵੀ ਮੋਦੀ ਮਾਫੀ ਮੰਗੇ ਭਾਰਤ ਦੇ ਲੋਕਾਂ ਕੋਲੋਂ
ਵੀ ਮੈਂ ਜੋ ਅਤਿਆਚਾਰ ਕੀਤਾ ਆ ਇਹ ਮੈਂ ਇੱਕ ਗੁਨਾਹ ਕੀਤਾ ਆ, ਮੈਂ ਇਹਦੇ ਲਈ ਮਾਫੀ ਮੰਗਦਾ ਆ। ਤੇ ਜਿਹੜਾ ਇਹਦੇ ਵਿੱਚ ਬੁਨਿਆਦ ਹੈ ਉਹ ਇਹ ਆ ਵੀ ਜਿਹੜਾ ਨਵਾਂ ਵਿਦਿਅਕ ਢਾਂਚਾ ਲਿਆਂਦਾ ਜਾ ਰਿਹਾ ਜੀ ਸਾਨੂੰ ਪਛਾਣ ਲਿਆ ਜਾ ਰਿਹਾ, ਵਿਗਿਆਨਕ ਨਜ਼ਰੀਆ ਛੱਡ ਕੇ ਸਾਨੂੰ ਦਖਲਅੰਦਾਜ਼ੀ ਵਿਚਾਰਾਂ ਨਾਲ ਕੀਤਾ ਜਾ ਰਿਹਾ, ਉਹ ਢਾਂਚੇ ਵਿੱਚ ਪੂਰਨ ਸੁਧਾਰਾਂ ਦੀ ਲੋੜ ਆ। ਉਹਨੂੰ ਢਾਂਚੇ ਨੂੰ ਜਿਹੜਾ ਮੋਦੀ ਲਿਆ ਰਿਹਾ ਉਹਨੂੰ ਰੋਕ ਕੇ ਉਹ ਢਾਂਚਾ ਲਿਆਂਦਾ ਜਾਵੇ ਜਿਹੜਾ ਲੋਕ ਪੱਖੀ ਹੋਵੇ, ਬੱਚੇ ਵਿੱਦਿਆ ਹਾਸਲ ਕਰਨ ਤੇ ਉਹਨਾਂ ਨੂੰ ਕੱਲਾ ਟੈਕਨੀਕਲ ਹੀ ਨਾ ਹੋਣ, ਉਹਨਾਂ ਦਾ ਵਿਜ਼ਨ ਬਰੋਡ ਹੋਵੇ, ਸਾਇੰਟੀਫਿਕ ਬਣੇ। ਜੀ ਅਸੀਂ ਅੱਜ ਫਿਰ ਇਹ ਫੈਸਲਾ ਕੀਤਾ ਵੀ ਪੰਜਾਬ 'ਚ ਆਪਣੇ RMPI ਵੱਲੋਂ, ਔਰ ਅਸੀਂ ਯਤਨ ਕੀਤਾ ਇਹਦੇ ਵਿੱਚ ਦੂਜੀਆਂ ਖੱਬੀਆਂ ਧਿਰਾਂ ਵੀ ਨਾਲ ਲਈਏ ਔਰ ਬੁੱਧੀਜੀਵੀ ਨਾਲ ਲਈਏ, ਔਰ ਜਦ ਅਸੀਂ ਮੁਜ਼ਾਹਰਾ ਕਰ ਰਹੇ ਹਾਂ ਪਹਿਲਾਂ ਇੱਥੇ ਧਰਨਾ ਮਾਰਾਂਗੇ, ਤਾਂ ਇੱਥੋਂ ਰੈਲੀ ਕਰਾਂਗੇ, ਰੈਲੀ ਕਰਨ ਤੋਂ ਬਾਅਦ ਫਿਰ DC ਦਫ਼ਤਰ ਜਾਵਾਂਗੇ। ਇਹੀ ਮੰਗ ਉੱਥੇ ਕਰਾਂਗੇ ਵੀ ਦੇਸ਼ ਦਾ ਵਿੱਦਿਆ ਮੰਤਰੀ ਅਸਤੀਫਾ ਦੇਵੇ, ਬੱਚਿਆਂ ਦੇ ਜ਼ੁਲਮ ਕਰਨ ਵਾਲੇ ਦੇ ਮੁਕੱਦਮਾ ਚੱਲੇ, ਕੇਸ ਵਾਪਸ ਹੋਣ, ਔਰ ਜਿਹੜੇ 22 ਬੱਚੇ ਸਾਡੇ ਜ਼ਿੰਦਗੀ ਰੁਆ ਬੈਠੇ ਆ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਈ ਜਾਵੇ, ਦਿੱਤਾ ਜਾਵੇ। ਤੇ ਨਾਲ ਜਿਹੜਾ ਇਹ ਮੋਦੀ ਆ ਇਹ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗੇ। ਇੰਨਾ ਵੱਡਾ ਗੁਨਾਹ ਮੈਂ ਆਪਣੇ ਸਾਰੇ ਰਾਜਸੀ ਜੀਵਨ 'ਚ ਨਹੀਂ ਦੇਖਿਆ ਜਿੱਦਾਂ ਉੱਥੇ ਬੱਚਿਆਂ ਨਾਲ ਕੀਤਾ ਗਿਆ। ਜੀ ਤੇ ਹੁਣ ਗੱਲ ਕੀਤੀ ਜਾਏ ਕਿ ਜਿਹੜਾ ਤੁਸੀਂ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਗੱਲ ਕਰ ਰਹੇ ਹੋ ਤੇ ਸੋਨਮ ਵਾਂਗਚੁਕ ਜਿਨ੍ਹਾਂ ਨੇ ਭੁੱਖ ਹੜਤਾਲ ਕੀਤੀ ਸੀ, 26 ਦਿਨਾਂ ਤੱਕ ਉਹਨਾਂ ਨੇ ਭੁੱਖ ਹੜਤਾਲ ਕੀਤੀ ਤੇ ਉਹਨਾਂ ਨੂੰ ਲਿਖਤੀ ਇਹ ਭਰੋਸਾ ਦਿੱਤਾ ਗਿਆ ਕਿ ਜਿਹੜੇ ਬੱਚੇ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਏਗੀ। ਪਰ ਨਾਲ ਇੱਕ ਗੱਲ ਇਹ ਵੀ ਸਾਹਮਣੇ ਆਈ ਕਿ ਕੋਈ ਭਰੋਸਾ ਜਾਂ ਸਹਿਮਤੀ ਇਸ ਗੱਲ ਤੇ ਨਹੀਂ ਬਣੀ ਕਿ ਸਿੱਖਿਆ ਮੰਤਰੀ ਦਾ ਅਸਤੀਫਾ ਹੋਵੇਗਾ ਜਾਂ ਫਿਰ ਨਹੀਂ। ਤੇ ਕਿਸੇ ਨਾ ਕਿਸੇ ਤਰੀਕੇ ਇਹ ਸਾਫ਼ ਜ਼ਰੂਰ ਦਿਖ ਰਿਹਾ ਹੈ ਕਿ ਸਿੱਖਿਆ ਮੰਤਰੀ ਦਾ ਜਿਹੜਾ ਅਸਤੀਫਾ ਹੈ ਉਹ ਨਹੀਂ ਲਿਆ ਜਾਏਗਾ। ਮੈਂ ਲੱਗਦਾ ਵੀ ਜੇ ਇਹ ਸੌਦਾ ਮਹਿੰਗਾ ਪਏਗਾ ਮੋਦੀ ਨੂੰ, ਮੋਦੀ ਨੇ ਪਹਿਲਾਂ ਵੀ ਨਜ਼ਰਅੰਦਾਜ਼ ਕੀਤਾ ਬੱਚਿਆਂ ਦੇ ਗੁੱਸੇ ਨੂੰ, ਜੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਵੀ ਜਿਹੜੇ 22 ਬੱਚੇ ਮਰ ਗਏ ਆ, 52 ਵਾਰੀ ਪੇਪਰ ਲੀਕ ਹੋਇਆ, ਵੀ ਉਹ ਸਮਝਿਆ ਸੀ ਮੇਰੇ ਵੱਲੇ ਕਿਸੇ ਨੂੰ ਪੁੱਛਣੀ ਨਹੀਂ ਹੈ, ਐਸਾ ਡਰ ਲੋਕਾਂ 'ਚ ਪੈਦਾ ਕਰਤਾ। ਇਸ ਅੰਦੋਲਨ ਨੇ ਲੋਕਾਂ ਦੇ ਵਿੱਚ ਡਰ ਦਾ ਜਿਹੜਾ ਭੁਮਾਰਾ ਸੀ ਨਾ ਉਹ ਭੁਗਾਨਾ ਪਾੜ ਦਿੱਤਾ। ਲੋਕਾਂ ਨੇ ਨਿਡਰ ਬਣਾਤਾ ਵੀ ਆਪਣੇ ਹੱਕਾਂ ਲਈ ਡਰ ਕੇ ਨਹੀਂ ਲੜਨਾ ਚਾਹੀਦਾ, ਨਿਡਰ ਹੋ ਕੇ ਲੜਨਾ ਚਾਹੀਦਾ। ਜੇ ਮੋਦੀ ਨੇ ਆਪਣੀ ਜ਼ਿੱਦ ਪਗਾਈ ਵੀ ਮੈਂ ਇਹ ਨਹੀਂ ਛੱਡਣਾ, ਮੈਂ ਇਸ ਬੰਦੇ ਦਾ ਮੰਤਰੀ ਦਾ ਅਸਤੀਫਾ ਨਹੀਂ ਲੈਣਾ, ਉਹਨੂੰ ਇਹਦੀ ਕੀਮਤ ਅਦਾ ਕਰਨੀ ਪਏਗੀ। ਇਹ ਅੰਦੋਲਨ ਕੱਲਾ ਵੰਗਚੱਕੂ ਤੱਕ ਸਹਿਮਤ ਨਹੀਂ ਹੈ, ਵੰਗਚੁਕ ਤੱਕ ਇਹ ਅੰਦੋਲਨ ਕਿਸੇ ਇੱਕ ਬੰਦੇ ਤੱਕ ਸਹਿਮਤ ਨਹੀਂ। ਇਹ ਅੰਦੋਲਨ ਲੋਕਾਂ ਦਾ, ਜਨਰਲ ਵਿਦਿਆਰਥੀਆਂ ਦਾ ਅੰਦੋਲਨ ਬਣ ਗਿਆ। ਜਿਹੜੇ ਬੱਚੇ ਨੇ ਹਾਲੇ ਨੀਟ ਦੇ ਪੇਪਰ ਵੀ ਨਹੀਂ ਦਿੱਤੇ ਉਹਨੂੰ ਵੀ ਚਿੰਤਾ ਹੈ ਵੀ ਮੇਰਾ ਭਵਿੱਖ ਕੀ ਹੈ, ਮੈਨੂੰ ਨੌਕਰੀ ਕਿੱਥੋਂ ਮਿਲੇਗੀ, ਮੇਰੀ ਵਿੱਦਿਆ ਦਾ ਕੀ ਬਣੇਗਾ। ਇਹ ਬੁਨਿਆਦੀ ਮੁੱਦਿਆਂ ਨਾਲ ਜੁੜ ਗਿਆ ਇਕੱਲਾ। ਇਸ ਲਈ ਮੈਂ ਸਮਝਦਾ ਕਿ ਕਿਸੇ ਇੱਕ ਦੇ ਬੰਦੇ ਦੇ ਪਾਸੇ ਹੋਣ ਦੇ ਨਾਲ ਅੰਦੋਲਨ ਨੂੰ ਬਹੁਤਾ ਫਰਕ ਨਹੀਂ ਪੈਣਾ। ਲੋਕਾਂ ਦੀ ਮੰਗ ਜਾਇਜ਼ ਆ ਵੀ ਵਿੱਦਿਆ ਮੰਤਰੀ, ਮੈਂ ਯਾਦ ਆ ਮੈਨੂੰ ਲਾਲ ਬਹਾਦਰ ਸ਼ਾਸਤਰੀ ਰੇਲਵੇ ਮੰਤਰੀ ਸੀ ਕਾਂਗਰਸ ਦਾ, ਰੇਲਵੇ ਦੇ ਕੁਝ ਐਕਸੀਡੈਂਟ ਹੋ ਗਿਆ, ਬੰਦੇ ਮਰ ਗਏ, ਉਹਨੇ ਰਿਜ਼ਾਈਨ ਕਰ ਦਿੱਤਾ। 22 ਬੱਚਿਆਂ ਦਾ ਜ਼ਿੰਮੇਵਾਰ ਕੌਣ ਆ? 52 ਵਾਰੀ ਪਰਚਾ ਲੀਕ ਹੋਇਆ। ਜੇ ਉਹਦਾ ਅਸਤੀਫਾ ਵੀ ਨਹੀਂ ਲੈਣਾ ਤਾਂ ਫਿਰ ਅਸੀਂ ਇਹ ਦੇਸ਼ ਚੱਲੂ ਕਿੱਦਾਂ ਬਹਿ ਕੇ? ਤਾਂ ਮੈਂ ਸਮਝਦਾ ਹਾਂ ਵੀ ਇਹ ਅੰਦੋਲਨ ਹੋਰ ਵਧੇਗਾ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ, ਵਿਦਿਆਰਥੀਆਂ ਨੂੰ ਵੀ, ਸਾਰੇ ਪਿੰਡਾਂ ਦੇ ਲੋਕਾਂ ਨੂੰ, ਵੀ ਬੱਚਿਆਂ ਸਾਡਾ ਭਵਿੱਖ ਦਾ ਮਸਲਾ ਆ, ਵੀ ਅੱਜ ਦੀ ਇਸ ਮੁਜ਼ਾਹਰੇ ਤਾਂ ਆਉਣਗੇ ਜਿਹੜੇ, ਇਹਦੋਂ ਬਿਨਾਂ ਅਸੀਂ ਇਹ ਮੁਜ਼ਾਹਰੇ ਪਿੰਡਾਂ 'ਚ ਲੈ ਕੇ ਜਾਵਾਂਗੇ, ਸ਼ਹਿਰਾਂ 'ਚ ਲੈ ਕੇ ਜਾਵਾਂਗੇ, ਇਹ ਅੰਦੋਲਨ ਨੂੰ ਤੇਜ਼ ਕਰਾਂਗੇ ਤਾਂ ਕਿ ਜਿਹੜਾ ਮੋਦੀ ਦੇਸ਼ ਦੇ ਉੱਤੇ ਤਾਨਾਸ਼ਾਹੀ ਲੱਦਣਾ ਚਾਹੁੰਦਾ, ਆਪਣੀ ਮਰਜ਼ੀ ਦਾ ਰਾਜ ਭਾਗ ਚਾਹੁੰਦਾ ਆ, ਉਸ ਰਾਜ ਭਾਗ ਦੇ ਖਿਲਾਫ ਲੋਕਾਂ ਨੂੰ ਖੜੇ ਕੀਤਾ ਜਾ ਸਕੇ। ਜੀ ਸਾਡੀ ਇੱਛਾ ਹੈ ਜੀ। ਤੇ ਇੱਥੇ ਹੋਰ ਵੀ ਆਗੂ ਜਿਹੜੇ ਪਾਰਟੀ ਦੇ ਉਹ ਖੜੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਕਰਾਂਗੇ। ਤੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਤਿ ਸਰ। ਸ਼੍ਰੀ ਅਕਾਲ ਜੀ। ਤੇ ਇੱਕ ਸਵਾਲ ਮੇਰਾ ਇਹ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਜਿਹੜੀ ਨੀਟ ਦਾ ਪੇਪਰ ਲੀਕ ਹੋਇਆ ਸੀਗਾ ਉਹ ਪੇਪਰ ਕੁਝ ਦਿਨਾਂ ਦੇ ਵਿੱਚ ਹੀ ਦੁਬਾਰਾ ਕਰਵਾ ਲਿਆ ਗਿਆ ਤੇ 22 ਲੱਖ ਦੇ ਕਰੀਬ ਬੱਚੇ ਨੇ ਜਿਨ੍ਹਾਂ ਨੇ ਉਹ ਪੇਪਰ ਦੁਬਾਰਾ ਦੇ ਦਿੱਤਾ, ਤੇ ਫਿਰ ਧਰਨਾ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ? ਸਵਾਲ ਇਹ ਆ ਵੀ ਜਿਹੜੀ ਘਟਨਾ ਵਾਪਰੀ ਆ ਉਹ ਘਟਨਾ ਕਿਉਂ ਵਾਪਰੀ ਆ। ਇੱਕ ਕੱਲਾ ਨੀਟ ਦਾ ਪੇਪਰ ਨਹੀਂ, ਬਹੁਤ ਸਾਰੇ ਟੈਸਟ ਨੌਕਰੀਆਂ ਵਾਲੇ ਹੁੰਦੇ ਆ, ਉਹਨਾਂ ਦੇ ਪੇਪਰ ਲੀਕ ਹੋ ਜਾਂਦੇ ਆ। ਇਸ ਵੇਲੇ ਪੂਰਾ ਜਿਹੜਾ ਵਿਦਿਆਰਥੀ ਵਰਗ ਆ ਉਹ ਮਹਿਸੂਸ ਕਰਦਾ ਆ ਵੀ ਸਾਡੀ ਜਿਹੜਾ ਅਸੀਂ ਮੁਕਾਮ ਹਾਸਲ ਕਰਨਾ, ਉਹਦੇ ਲਈ ਜਿਹੜੀਆਂ ਪੌੜੀਆਂ ਚੜ੍ਹਨੀਆਂ ਉਹਨਾਂ ਦੇ ਵਿੱਚ ਇਹ ਵੱਡੀ ਰੁਕਾਵਟ ਬਣ ਗਈ ਆ। ਉਹਦੇ ਨਾਲ ਹੀ ਜਿਹੜੀਆਂ ਨੌਕਰੀਆਂ ਨਿਕਲਦੀਆਂ ਉਹਨਾਂ ਦੇ ਵਿੱਚ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ। ਕਿਤੇ ਰਿਟ ਬਣ ਜਾਂਦੀ ਆ, ਕਿਤੇ ਕੋਈ ਕਾਰਨ ਬਣ ਕੇ ਉਹ ਜਿਹੜੀਆਂ ਸਾਰੀਆਂ ਵੈਕੰਸੀਆਂ ਸਾਰੀਆਂ ਖਾਲੀ ਰਹਿੰਦੀਆਂ। ਇਸ ਕਰਕੇ ਇਸ ਵੇਲੇ ਉਹ ਨੀਤੀ ਚੱਲ ਰਹੀ ਆ ਜਿਹੜੀ ਨੀਤੀ ਨਿੱਜੀਕਰਨ ਦੀ ਆ, ਜਿਹੜੀ ਨੀਤੀ ਐਜੂਕੇਸ਼ਨ ਇੱਦਾਂ ਦੀ ਲਿਆਂਦੀ ਜਾ ਰਹੀ ਆ ਜਿਹੜੀ ਵਿਗਿਆਨ ਤੋਂ ਤੋੜਦੀ ਆ, ਜਿਹੜੀ ਸਾਨੂੰ ਵਹਿਮਾਂ ਭਰਮਾਂ 'ਚ ਪਾਉਂਦੀ ਆ, ਜਿਹੜੀ ਸਾਨੂੰ ਪਿਛਾਂਹ ਖਿੱਚੂ ਵਿਚਾਰਾਂ ਨਾਲ ਜੋੜਦੀ ਆ, ਉੱਦਾਂ ਦਾ ਸਾਰਾ ਕੁਝ ਲਿਆਂਦਾ ਜਾ ਰਿਹਾ। ਇਸ ਕਰਕੇ ਇਸ ਵੇਲੇ ਇਹ ਇਤਿਹਾਸ ਦੇ ਵਿੱਚ ਜੇ ਕਹਿ ਲਈਏ ਵੀ ਦੂਜੀ ਘਟਨਾ ਆ। ਪਹਿਲੀ ਅਸੀਂ ਕਿਸਾਨ ਅੰਦੋਲਨ ਕਹਿ ਸਕਦੇ ਹਾਂ। ਕਿਸਾਨ ਅੰਦੋਲਨ ਨੇ ਵੀ ਜਿਹੜੀ ਇਹ ਰੋਜ਼ ਲੋਕਾਂ ਨੂੰ ਵੰਡਣ ਵਾਲੀ ਨੀਤੀ ਚਲਾਉਂਦੇ ਸੀ, ਉਹਨਾਂ ਨੇ ਭਾਈਚਾਰਕ ਸਾਂਝ ਸਿਰਜ ਕੇ ਤੇ ਇੱਕ ਜਿੱਤ ਦਰਜ ਕੀਤੀ ਸੀ। ਤੇ ਮੋਦੀ ਉਸ ਵੇਲੇ ਵੀ ਇਹੋ ਸਟੈਂਡ ਲੈਂਦਾ ਸੀ ਵੀ ਇਹਦੇ 'ਚ ਕੁਝ ਗਲਤ ਨਹੀਂਗਾ। ਇਹ ਵੀ ਹੁਣ ਉਸੇ ਤਰੀਕੇ ਦੇ ਨਾਲ ਆ ਵੀ ਬਹੁਤ ਸਾਰਾ ਕੁਝ ਗਲਤ ਆ, ਪਰ ਜਿਹਦੇ ਉੱਤੇ ਪਰਦਾ ਪਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਸਾਰਾ ਦੇਸ਼ ਉੱਠ ਖੜਾ ਹੋਇਆ, ਸਾਰੇ ਦੇਸ਼ ਦੇ ਬੱਚੇ ਜਿਹੜਾ ਭਵਿੱਖ ਆ ਸਾਡਾ, ਉਹਨਾਂ ਦੇ ਨਾਲ ਜਿਸ ਤਰੀਕੇ ਦਾ ਖਿਲਵਾੜ, ਜਿਸ ਤਰੀਕੇ ਦੀ ਕੁੱਟਮਾਰ ਕੀਤੀ ਜਾ ਰਹੀ ਆ,
ਉਹਦੇ ਵਿਰੋਧ ਦੇ ਵਿੱਚ ਹਰ ਮਾਂ-ਬਾਪ ਅੱਜ ਉਹਦੇ ਮਨ ਦੇ ਵਿੱਚ ਚਿੰਤਾ ਆ ਵੀ ਇਸ ਭਵਿੱਖ ਨੂੰ ਸਾਨੂੰ ਬਚਾਉਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਨੇ ਕਿੱਧਰ ਜਾਣਾ ਇਹ ਤੈਅ ਕਰਨਾ ਇਸ ਅੰਦੋਲਨ ਨੇ। ਇਸ ਕਰਕੇ ਅੰਦੋਲਨ ਇਕੱਲਾ ਕੁਝ ਵਿਅਕਤੀਆਂ ਤੱਕ ਸੀਮਤ ਨਹੀਂ, ਇਹ ਪੂਰੇ ਭਾਰਤ ਦਾ ਅੰਦੋਲਨ ਬਣ ਚੁੱਕਾ। ਜੀ, ਤੇ ਹੁਣ ਤੁਹਾਡੀਆਂ ਸਰਕਾਰ ਕੋਲ ਕੀ ਮੰਗਾਂ ਨੇ ਤੇ ਜੇਕਰ ਸਰਕਾਰ ਉਹਨਾਂ ਮੰਗਾਂ ਨੂੰ ਪੂਰਾ ਨਹੀਂ ਕਰੇਗੀ ਤੇ ਤੁਹਾਡੀ ਫਿਰ ਅਗਲੀ ਰਣਨੀਤੀ ਕੀ ਹੋਏਗੀ? ਸਾਡਾ ਪਹਿਲਾਂ ਤੇ ਇਹ ਆ ਵੀ ਜਿਹੜੀ ਜਿਸ ਤਰ੍ਹਾਂ ਦੀ ਵਿਦਿਅਕ ਨੀਤੀ ਲਿਆਂਦੀ ਗਈ ਹੈ, ਜਿਹੜੀਆਂ ਨੀਤੀਆਂ ਲਿਆਂਦੀਆਂ ਗਈਆਂ ਜਿਨ੍ਹਾਂ ਨੇ ਜਵਾਨੀ ਦਾ ਭਵਿੱਖ ਖਰਾਬ ਕੀਤਾ, ਉਹ ਨੀਤੀ ਨੂੰ ਬਦਲਿਆ ਜਾਵੇ। ਜਿਹੜਾ ਧਰਮਿੰਦਰ ਪ੍ਰਧਾਨ ਆ, ਜਿਹੜਾ ਸਿੱਖਿਆ ਮੰਤਰੀ ਆ, ਉਹਦਾ ਅਸਤੀਫਾ ਹੋਵੇ। ਜਿਹੜੇ ਸਿਵਲ ਵਰਦੀ ਦੇ ਵਿੱਚ ਜਾਂ ਆਰਐਸਐਸ ਦੇ ਗੁੰਡੇ ਉੱਥੇ ਧੀਆਂ ਭੈਣਾਂ ਦੀ ਬੇਪਤੀ ਕੀਤੀ ਆ, ਉਹਨਾਂ ਨੂੰ ਕੁੱਟਮਾਰ ਕੀਤੀ ਆ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਉੱਤੇ ਪਰਚੇ ਦਰਜ ਹੋਣ। ਜਿੰਨੇ ਸਾਡੇ ਨਿਰਦੋਸ਼ ਸ਼ਾਂਤਮਈ ਅੰਦੋਲਨ ਕਰਨ ਵਾਲੇ ਆ, ਉਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਉਹ ਰੱਦ ਹੋਣ। ਤੇ ਜਿਹੜੇ ਆਤਮ ਹੱਤਿਆਵਾਂ ਕਰ ਗਏ ਆ, ਮਜਬੂਰ ਕੀਤਾ ਜਿਨ੍ਹਾਂ ਨੂੰ ਜ਼ਿੰਦਗੀ ਗਵਾਉਣ ਲਈ, ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਸੀ, ਉਹਨਾਂ ਦੇ ਸੁਪਨੇ ਤੋੜ ਦਿੱਤੇ ਗਏ ਆ, ਉਹਨਾਂ ਦੇ ਮਾਂ-ਬਾਪ ਦੀ ਯੋਗ ਮਦਦ ਕੀਤੀ ਜਾਵੇ, ਮੁਆਵਜ਼ਾ ਦਿੱਤਾ ਜਾਵੇ। ਇਹਦੇ ਲਈ ਅਸੀਂ ਲੜਾਂਗੇ। ਜੇ ਸਰਕਾਰ ਨਹੀਂ ਮੰਨਦੀ, ਇੱਕ ਦਿਨ ਦਾ ਸਵਾਲ ਨਹੀਂਗਾ, ਅਸੀਂ ਪੂਰੀ ਤਰ੍ਹਾਂ ਇਹ ਜਦੋਂ ਤੱਕ ਨੀਤੀ ਬਦਲੀ ਨਹੀਂ ਜਾਂਦੀ ਉਹਦੇ ਲਈ ਡਟ ਕੇ ਲੜਦੇ ਰਵਾਂਗੇ। ਜੀ, ਧੰਨਵਾਦ। ਤੇ ਤੁਸੀਂ ਸੁਣਿਆ ਕਿ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਗਈਆਂ ਨੇ। ਸਭ ਤੋਂ ਪਹਿਲੀ ਮੰਗ ਇਹੀ ਹੈ ਕਿ ਸਿੱਖਿਆ ਮੰਤਰੀ ਨੇ ਜੋ ਦੇਸ਼ ਦੇ ਧਰਮਿੰਦਰ ਪ੍ਰਧਾਨ, ਉਹਨਾਂ ਦਾ ਅਸਤੀਫਾ ਹੋਵੇ ਤੇ ਜਿਹੜੇ ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਵਿਦਿਆਰਥੀਆਂ ਨੂੰ ਇਨਸਾਫ ਜਿਹੜਾ ਉਹ ਸਰਕਾਰ ਦੇ ਵੱਲੋਂ ਦਿਵਾਇਆ ਜਾਵੇ। ਦਿੱਲੀ ਦੀ JNU ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਪ੍ਰਧਾਨ ਅਦਿਤੀ ਇੱਥੇ ਪਹੁੰਚ ਚੁੱਕੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਅੱਜ जो DC ਨੂੰ ਮੰਗ ਪੱਤਰ ਦਿੱਤਾ ਜਾएगा। ਤੇ ਸਭ ਤੋਂ ਪਹਿਲਾਂ ਤਾਂ आपका बहुत-बहुत स्वागत है। बहुत शुक्रिया। आप आज जलंधर पहुंचे हो तो जो आपकी तरफ से DC दफ्तर जाकर मांग पत्र दिया जाएगा उसके बारे में कुछ बताइए। हाँ, तो जैसा कि मैंने पहले कहा था कि ये जो छोटे छोटे एफर्ट्स हर जगह लग रहे हैं, इनफैक्ट अभी मैं चंडीगढ़ से आ रही हूँ, वहाँ पर भी सेक्टर 17 में लोग रोज़ इकट्ठा हो रहे हैं, यूनिवर्सिटीज़ में आवाज़ें उठ रही हैं और फिर इन्हीं लोगों में से कई लोग जंतर मंतर जा रहे हैं, कई लोग जंतर मंतर से यहाँ पर इन जगहों पे आके आंदोलन को और मजबूत कर रहे हैं। तो ये सारे एफ़र्ट्स उसी दिशा में हैं कि सरकार को वो प्रेशर समझ में आए कि जितने साल वो जनता को बेवकूफ़ बना सकी है, अब और बेवकूफ़ नहीं बना पाएगी और हम सब एक साथ लड़ेंगे। तो फिर इनको पीछे हटना ही पड़ेगा। जी, तो आपने इस धरने के लिए जलंधर शहर ही क्यों चुना? हम ऐसा नहीं है कि जलंधर एग्जैक्टली यहीं पे आए हैं, चंडीगढ़ भी गए थे और अभी जलंधर आए हैं। देश के कोने कोने में, चाहे बिहार में, अभी आप देखिए बिहार में हमारे CPI ML के जो नेता हैं, MLA हैं, संदीप सौरभ, उसके साथ साथ वहाँ पे आइसा के जो प्रेसिडेंट बिहार के और सेक्रेटरी हैं धनंजय और दीपांकर, उनके साथ साथ सबा, ये लोग गिरफ्तार भी हो गए हैं। वहाँ पे बक्सर में, पटना में, जगह जगह देश के कोने कोने में ये चीज़ें चल रही हैं। यहाँ पर ये मीटिंग ऑर्गेनाइज़ की गई कम्युनिस्ट पार्टियों द्वारा एक साथ मिलकर, और इसलिए हम यहाँ पर भी आए हैं और उसी आंदोलन को और मजबूत करने यहाँ पर आए हैं। तो आपकी सरकार से क्या मांग है? देखिए, 1 महीने से ज़्यादा हो गया है और कोई इतना कॉम्प्लिकेटेड मांग तो है नहीं। बस ये है कि इतनी मौतें जो आपने कराई हैं, लगातार जो सांस्थानिक हत्याएं हो रही हैं, अब एक 18 साल का जो बच्चा है वो एक ऐसे देश में आपके वजह से रह रहा है जिसमें उसको कल ज़िंदा रहना अच्छा नहीं लग रहा है। तो इसकी ज़िम्मेदारी किसी को लेनी पड़ेगी और आप इस्तीफ़ा दीजिए। इतनी मामूली सी मांग है, वो मांग ये पूरी नहीं कर पा रहे हैं, इतने ढीठ और बदतमीज़ हैं, अपने नागरिकों के बारे में कोई इन्हें चिंता नहीं है, ये हमें दिखाती है। तो इस आंदोलन की एक जीत ये भी है कि जनता को ये पता चल गया है कि सरकार को सिर्फ एक नार्सिसिस्ट सरकार है, उसे अपनी चिंता है। उसे लाखों लोग जंतर मंतर पे आए, अलग अलग जगह पे लोग जो आंदोलन कर रहे हैं, उसको आप मिला लीजिए, बहुत सारे लोग हैं और सरकार टस से मस होना नहीं चाह रही है। तो इस आंदोलन का एक ये भी मैसेज है और लोग ये कोई मैसेज भेज नहीं रहा है, लोग खुद इसमें हिस्सा लेकर खुद समझ रहे हैं कि सच्चाई यही है कि सरकार को जनता से कोई लेना देना नहीं है। तो जैसे जंतर मंतर पर विद्यार्थियों के ऊपर लाठीचार्ज हुआ है, उसे आप कैसे देखते हो? वही बात है कि सरकार डर गई है, सरकार को समझ नहीं आया। सरकार ने सोचा, दिल्ली सरकार ने या फिर जो बीजेपी की सरकार है सेंटर में,
उनको ये लगा होगा कि चंद लोग आ जाएंगे, बहुत हुआ तो 10,000 आ जाएंगे। 1 लाख से ज़्यादा लोग वहाँ पर आ गए और वो गए नहीं। उनका गोल था कि वो डराएंगे, मारेंगे, पीटेंगे, क्योंकि उनमें से कई लोग पहली बार आंदोलन में हिस्सा लेने, किसी भी आंदोलन में, किसी भी प्रदर्शन में हिस्सा लेने आ रहे थे। वहाँ पे उनको मार पीट के वो डराना चाहते थे, घर भेजना चाहते थे। अभी भी जो मजदूरों का आंदोलन हुआ था कुछ महीने पहले, उसमें जिस तरीके से जो मजदूर जो आंदोलन में डायरेक्टली हिस्सा नहीं ले रहे थे, वो कहीं चाय की टपरी पे भी बैठे हैं, उनको भी उठाकर लेकर जाते हैं। अभी ये दिल्ली में छात्रों के साथ किया जा रहा है कि आप किसी भी हर जगह नाकाबंदी है, किसी भी मेट्रो से आप उतरिए, कहीं भी आप 5-6 अगर चल रहे हैं, आपको उठा लिया जाएगा। अगर आप एक मुस्लिम स्टूडेंट हैं, आपको अटैक किया जाएगा। जेएनयू जो मेरी यूनिवर्सिटी है, उसके बाहर लगातार बैरिकेड्स लगे हुए हैं। तो सरकार पूरी तरीके से डरी हुई है। और जैसा कि अभी एक प्रोफेसर बोल के गई हैं कि यूजीसी के द्वारा मिन्नतें करते हुए उनके पास चिट्ठियां आ रही हैं कि स्टूडेंट्स को प्लीज़ समझाओ कि अब हमसे ये गलती नहीं होगी। तो आप ये जो आंदोलन कर रहे लोग जो इस्तीफा मांग रहे हैं, वो दे कर प्रूव करो ना कि आप लोगों की बात मानोगे और स्ट्रक्चरल चेंज होंगे, जो हमें बीजेपी से कोई उम्मीद नहीं है। बीजेपी से कोई उम्मीद नहीं है। इस्तीफा तो इनका तख्त है ना, उस पे पहली सेंध लगाने के लिए, इनका जो फोर्ट्रेस बना है, उनको दिखाने के लिए कि ये हर वक्त की कुर्सी नहीं है, आपकी ही, आप लेकर नहीं आए थे इस कुर्सी को, आपको हटाया जा सकता है। तो इस्तीफा का मतलब ये सिंबॉलिक डिमांड है और बीजेपी आरएसएस को हटाना मेन गोल है। मोबिलाइजेशन उसके तहत होना चाहिए कि जब अगला चुनाव हो, चाहे यूपी में हो, चाहे कहीं और हो, पंजाब में, उसके बाद 29 का जो इलेक्शन है, इसमें लोगों को एक साथ मिलके बीजेपी आरएसएस की सरकार को रिजेक्ट करना है। तो जैसे अब बात हम धरने की करें तो उसके दो पक्ष सामने आ रहे हैं। एक है कि पुलिस ने लाठीचार्ज विद्यार्थियों पर किया, दूसरी तरफ ये भी है कि विद्यार्थियों ने पहले पथराव किया है। उसके बारे में आपके क्या विचार? ऐसा बिल्कुल नहीं है। ये टेम्पलेट सेम जो है, लोगों को खुद सोचना चाहिए। जो ऑडियंस देखती है उसे खुद सोचना चाहिए कि लगातार हर जगह देश में कोई भी आंदोलन होता है, क्या पूरा देश ही झूठा हो गया है? सिर्फ एक महाराज सच्चे हैं, बाकी जनता झूठी है? जहाँ भी लोग प्रदर्शन करने आते हैं, ऐसा कैसे हो जाता है कि पथराव हो जाता है? लेकिन एक बहुत इंटरेस्टिंग बात यह है कि ये सोशल मीडिया का ज़माना है और जिस सोशल मीडिया का इस्तेमाल करके नरेंद्र मोदी और भाजपा आरएसएस की सरकार अभी तक लोगों को परेशान कर रही थी, अभी वो जेन जी से लड़ रहे हैं, जेन अल्फा से लड़ रहे हैं, जिनकी पैदाइश के साथ ही उनके हाथ में फ़ोन आ जाता है। और पहले दिन 20 तारीख की सुबह 5-6 बजे से रीलें आना शुरू हो गई थी कि टूटी हुई गाड़ियाँ पहले से ही प्रोटेस्ट साइट पे इंस्टॉल कर दी गई। ट्रक के ट्रक लाकर खड़े रोज किए जाते हैं पत्थरों से भरे हुए। पुलिस पत्थर फेंक रही है, नीली वर्दी में आरएएफ पत्थर फेंक रही है। इसके सबूत पूरी जनता के सामने सोशल मीडिया पे अभी भी अवेलेबल हैं। लगातार सर्वेलेंस चल रहा है। लड़कियों को मोलेस्ट करते हुए पुलिस के वीडियोस हैं। डंडे लेकर वो भाग रही हैं, उनके प्राइवेट पार्ट्स में डाल के हंस रहे हैं वो लोग। इन सबके सबूत सोशल मीडिया पे जनता के सामने हैं। और नरेंद्र मोदी क्या फास्ट ट्रैक कोर्ट लगाएंगे? जनता 1 महीने से फास्ट ट्रैक कोर्ट लगाकर बैठी हुई है और उसका एक ही वर्डिक्ट है कि धर्मेंद्र प्रधान इस्तीफा देगा, एसीपी को इस्तीफा देना पड़ेगा और मोदी सरकार तो जाएगी। अब आपकी सरकार से क्या मांग है? हमारी पहले जो मांग थी कि धर्मेंद्र प्रधान को तो पहले आप रफा दफा करिए, उसके बाद एनटीए जो एक प्राइवेट संस्थान है, प्राइवेट संस्थानों का एक ही मकसद होता है मुनाफाखोरी। उनको छात्रों के जीवन से कोई लेना देना नहीं है। नीट के खिलाफ एक आंदोलन तमिलनाडु जैसे प्रदेश में चल रहा है, शुरुआत से चल रहा है, क्योंकि ये जो एक फेडरल स्ट्रक्चर है अलग अलग स्टेट्स का, उस फेडरल स्ट्रक्चर, पढ़ाई के फेडरल स्ट्रक्चर को ही वो कॉन्करेंट लिस्ट में आता है। तो स्टेट यूनिवर्सिटीज़ होती हैं, सेंट्रल यूनिवर्सिटीज़ होती हैं, स्टेट के अपने एग्ज़ाम्स होते हैं, सेंटर के अपने होते हैं। वो ये बीजेपी सरकार पूरी तरह ख़त्म करना चाहती है, इसीलिए एनटीए लाते हैं ताकि एक केंद्रीकरण हो। नीट लाके इन्होंने केंद्रीकरण किया, जहाँ पे एस अनीता जैसे लोगों की शहादत होती है, सांस्थानिक हत्या की जाती है। जब तमिलनाडु की सरकार ने अपने छात्रों के लिए
वैसे कॉलेजेस बनाए जहाँ उनके छात्र आकर पढ़ के डॉक्टर बन सकें। बीजेपी सरकार आती है, इंश्योर कराती है कि ऐसा ना हो। उसके बाद विकसित भारत शिक्षण अधिष्ठान जैसा बिल आता है जिसमें अभी आया नहीं है। पिछले बार हमारी ही टीचर्स, प्रोग्रेसिव टीचर्स और प्रोग्रेसिव सारे स्टूडेंट ऑर्गेनाइजेशन जिसमें JNU, SU और आइसा भी था, मिलकर उसे जॉइंट पार्लियामेंट्री कमेटी के सामने उसको रखवाया गया है। वो VBS से भी लाने वाले, जिससे UGC, AICTE, NCTE जैसे संस्थानें जो अलग अलग स्पेशलाइजेशन पे ध्यान देते हैं उनको ख़त्म करके एकमात्र वो रहेगा बॉडी जो कि पैसा फंड देने के लिए नहीं रहेगा। वो बेसिकली कंपनी का मालिक रहेगा और बाकी कंपनी के मुलाजिम VC रहेंगे और वो पैसा लाके देंगे, उनका बस वही काम होगा। तो ये सारी पॉलिसीज़ NEP को, इन सबको रफा दफा करिए, हमारी शिक्षा प्रणाली को बेहतर बनाइए, बेचिए मत। शिक्षा हमारा मौलिक अधिकार है, खरीदने की चीज़ नहीं है। तो आपने आगे की कोई रणनीति सोची है? देखिए, आंदोलन पहले से चल रहा है, ये इसी जून से नहीं या कॉकरोच जनता पार्टी के आने से शुरू नहीं हुआ है। बेशक इन्होंने मोबिलाइजेशन किया है, उसमें हम भी जुड़े रहे हैं, लेकिन शिक्षा को बचाने की लड़ाई हमेशा से चलती आई है। जैसा मैंने आपको VBSA का बताया है, NEP के खिलाफ की लड़ाई और NTA के खिलाफ 2017 से लड़ाई चल रही है। ये लड़ाइयाँ आगे भी अपने अपने स्तर पे लोग पहले लड़ रहे थे, आगे भी हम लड़ेंगे। ਇੱਥੇ ਸਾਡੇ ਨਾਲ ਵਿਦਿਆਰਥੀ ਵੀ ਮੌਜੂਦ ਨੇ ਜੋ ਕਿ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਅੱਜ ਮੰਗ ਪੱਤਰ ਜਿਹੜਾ ਉਹ DC ਦਫ਼ਤਰ ਦਿੱਤਾ ਜਾਏਗਾ। ਇਹ ਆਮੀਨ ਨੇ ਜਿਨ੍ਹਾਂ ਨੇ ਕਿ 23 ਦਿਨ ਭੁੱਖ ਹੜਤਾਲ ਕੀਤੀ ਹੈ। ਇਹਨਾਂ ਨਾਲ ਹੁਣ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਮੀਨ ਜੀ। ਸ਼ੁਕਰੀਆ। ਤੇ ਜਿਵੇਂ ਤੁਸੀਂ 23 ਦਿਨ ਤੱਕ ਭੁੱਖ ਹੜਤਾਲ ਕੀਤੀ ਹੈ, ਜੋ ਨੀਟ ਪੇਪਰ ਲੀਕ ਹੋਇਆ ਉਸ ਮਾਮਲੇ ਦੇ ਵਿੱਚ, ਤੇ ਤੁਹਾਨੂੰ ਉਹਨਾਂ ਦਿਨਾਂ ਦੇ ਵਿੱਚ ਕੀ ਮਹਿਸੂਸ ਹੋ ਰਿਹਾ ਸੀ ਕਿ ਸਰਕਾਰ ਤੁਹਾਡੀ ਸੁਣੇਗੀ ਜਾਂ ਨਹੀਂ ਸੁਣੇਗੀ? ਕੀ ਤੁਹਾਡੀ ਇਹ ਭੁੱਖ ਹੜਤਾਲ ਲਗਾਤਾਰ ਚੱਲਦੀ ਰਹੇਗੀ? ਪਹਿਲੀ ਗੱਲ ਸਾਨੂੰ ਪਤਾ ਸੀ ਵੀ ਜਿਹੜੀ ਸਰਕਾਰ ਹੈ ਲੱਕੜ ਸਿਰਿਆਂ ਦੀ ਹੈ, ਇਹਨਾਂ ਨੇ ਨਹੀਂ ਸੁਣਨਾ ਹੈਗਾ, ਪਰ ਅਸੀਂ ਜਨਤਾ ਨੂੰ ਸੁਣਾਉਣਾ ਚਾਹੁੰਦੇ ਸੀਗੇ। ਮਸਲਨ ਤੁਸੀਂ ਐਵੇਂ ਲਓ ਵੀ ਜਦੋਂ ਕੋਵਿਡ ਹੋਇਆ ਤੇ ਉਸ ਵੇਲੇ ਵੀ ਬਹੁਤ ਵੱਡੇ ਪੱਧਰ ਤੇ ਲੋਕ ਮਾਰੇ ਗਏ, ਪਰ ਉਹਨਾਂ ਵਾਸਤੇ ਕੋਈ ਇੱਕ ਸਾਂਝਾ ਪਲੇਟਫਾਰਮ ਨਹੀਂ ਬਣਿਆ ਹੈਗਾ ਜਿੱਥੇ ਉਹ ਆਪਣਾ ਗੁੱਸਾ ਰੱਖ ਪਾਉਂਦੇ। ਸਾਡਾ ਬਹੁਤ ਵੱਡਾ ਕੰਮ ਇਹ ਸੀ ਜਦੋਂ ਸੋਨਮ ਵਾਂਗਚੁਕ ਨੇ ਆਪਣਾ ਭੁੱਖ ਹੜਤਾਲ ਦਾ ਫੈਸਲਾ ਕੀਤਾ। ਅਸੀਂ ਕਿਹਾ ਵੀ ਅਸੀਂ ਵਿਦਿਆਰਥੀ ਹਾਂ, ਅਸੀਂ ਨੌਜਵਾਨ ਹਾਂ, ਜੇ ਇੱਕ 60 ਸਾਲ ਦਾ ਬਜ਼ੁਰਗ ਕਰ ਸਕਦਾ ਅਸੀਂ ਵੀ ਕਰ ਸਕਦੇ ਹਾਂ। ਤੇ ਸਾਡਾ ਪਹਿਲਾ ਸਟੇਕ ਹੈ ਇਸ ਸਾਰੇ ਸਵਾਲ ਉੱਤੇ। ਇਹ ਐਜੂਕੇਸ਼ਨ ਦਾ ਸਵਾਲ ਹੈ, ਇਹ ਰੁਜ਼ਗਾਰ ਦਾ ਸਵਾਲ ਹੈ। ਤੇ ਸਾਨੂੰ ਪਤਾ ਸੀਗਾ ਵੀ ਇਹ ਸਰਕਾਰ ਨੇ ਭੁੱਖ ਹੜਤਾਲ ਦੇ ਰਾਹੀਂ ਨਹੀਂ ਸੁਣਨਾ, ਅਸੀਂ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਸੀ ਤੇ ਉਹਦੇ ਵਿੱਚ ਅਸੀਂ ਕਾਫੀ ਸਫਲ ਰਹੇ ਹਾਂ। ਭੁੱਖ ਹੜਤਾਲ ਮਤਲਬ ਔਖੀ ਸੀਗੀ ਤੇ ਪਹਿਲੇ 5 ਦਿਨ ਤੁਹਾਨੂੰ ਬਹੁਤ ਭੁੱਖ ਲੱਗਦੀ ਹੈ, ਉਸ ਤੋਂ ਬਾਅਦ ਭੁੱਖ ਲੱਗਣੀ ਹਟ ਜਾਂਦੀ ਹੈ ਤੇ ਫਿਰ ਜਿਹੜੀ ਤੁਹਾਡੀ ਬਾਡੀ ਹੈ ਉਹ ਤਾਂ ਆਪਣੇ ਆਪ ਨੂੰ ਖਾਣਾ ਸ਼ੁਰੂ ਕਰਦੀ ਹੈ ਤੇ ਉਹਦੇ 'ਚੋਂ ਤੁਸੀਂ ਥੋੜ੍ਹੇ ਜਿਹੇ ਲਿੱਸੇ ਵੀ ਹੋ ਜਾਂਦੇ ਹੋ ਤੇ ਤੁਰਨਾ ਥੋੜ੍ਹਾ ਔਖਾ ਲੱਗਦਾ। ਪਰ ਜਿਹੜੇ ਸਾਡੇ ਸਾਥੀ ਉੱਥੇ ਸੀਗੇ, ਸਾਰੇ ਕਾਮਰੇਡ, ਸਾਰੇ ਜਿਹੜੇ ਹੋਰ ਸਾਡੇ ਦੋਸਤ ਬਣੇ ਜਿਹੜੇ ਉੱਥੇ ਹੋਰ ਹੜਤਾਲ 'ਤੇ ਆਏ ਹੋਏ ਸੀ ਲੋਕ, ਉਹਨਾਂ ਨੇ ਪੂਰੀ ਸਾਡੀ ਸਹਾਇਤਾ ਕੀਤੀ ਤੇ ਐਂ ਲੱਗਿਆ ਵੀ ਇੱਕ ਜਿਹੜਾ ਨਵਾਂ ਹਿੰਦੁਸਤਾਨ ਹੈ ਉਹ ਸੰਭਵ ਹੈ। ਤੇ ਤੁਹਾਨੂੰ ਉਹ 23 ਦਿਨਾਂ ਵਿੱਚ ਆਪਣੇ ਆਪ 'ਚ ਕੁਝ ਕਮੀ ਮਹਿਸੂਸ ਹੋਈ ਕਿ ਤੁਹਾਡੀ ਬਾਡੀ ਨੂੰ ਕੋਈ ਫਰਕ ਪਿਆ? ਹਾਂ, ਮੈਂ ਮਤਲਬ ਜਿਵੇਂ ਹੁਣ ਪੜ੍ਹ ਨਹੀਂ ਪਾਇਆ ਬਹੁਤ ਦੇਰ, ਕਿਤਾਬਾਂ ਪੜ੍ਹਨੀਆਂ ਬਹੁਤ ਪਸੰਦ ਸੀਗੀਆਂ, ਪਰ ਕਿਉਂਕਿ ਸਾਨੂੰ ਸੀਗਾ ਵੀ ਅਸੀਂ ਭੁੱਖ ਹੜਤਾਲ ਲੰਬੇ ਸਮੇਂ ਤੱਕ ਜਾਰੀ ਰੱਖਣੀ ਹੈ, ਇਸ ਕਰਕੇ ਕਿਤਾਬਾਂ ਪੜ੍ਹਨੀਆਂ, ਬਹੁਤਾ ਹਿੱਲਣਾ ਡੁੱਲਣਾ ਨਹੀਂ ਹੁੰਦਾ ਹੈਗਾ ਤੇ ਤੁਸੀਂ ਬਹੁਤ ਜ਼ਿਆਦਾ ਤੁਸੀਂ ਮੈਂਟਲੀ ਵੀ ਜ਼ਿਆਦਾ ਆਪਣੇ ਆਪ 'ਤੇ ਪ੍ਰੈਸ਼ਰ ਨਹੀਂ ਪਾ ਸਕਦੇ ਹੁੰਦੇ ਕਿਉਂਕਿ ਉਹ ਵੀ ਬਾਡੀ ਝੱਲ ਨਹੀਂ ਪਾਉਂਦੀ ਹੈਗੀ। ਸੋ ਉਹਦੇ 'ਚ ਵੀ ਸਾਡੇ ਸਾਥੀਆਂ ਨੇ ਸਾਡੀ ਖਾਸੀ ਮਦਦ ਕੀਤੀ ਤੇ ਥੋੜ੍ਹਾ ਜਿਹਾ ਕਮਜ਼ੋਰੀ ਮਹਿਸੂਸ ਨਹੀਂ, ਤੁਰਦੇ ਹੋ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੀ ਬਾਡੀ ਉਵੇਂ ਹਜੇ ਰਿਕਵਰ ਨਹੀਂ ਕੀਤੀ ਹੈਗੀ, ਪਰ ਠੀਕ ਹੈ, ਇਹ ਵੀ ਜ਼ਰੂਰੀ ਸੀ ਕਿਉਂਕਿ ਅਸੀਂ ਆਪਣੀ ਲੜਾਈ ਨੂੰ ਅੱਗੇ ਲੈ ਕੇ ਜਾਣਾ ਸੀਗਾ। ਤੇ ਭੁੱਖ ਹੜਤਾਲ ਤੁਸੀਂ ਜਿੱਥੇ ਸੋਨਮ ਵਾਂਗਚੁਕ ਬੈਠੇ ਸੀ ਉੱਥੇ ਹੀ ਕੀਤੀ? ਸੋਨਮ ਵਾਂਗਚੁਕ ਦੀ ਸਟੇਜ ਪਰਲੇ ਪਾਸੇ ਸੀਗੀ, ਜਿਹੜਾ ਸਾਡਾ ਕੈਂਪ ਸੀਗਾ ਆਇਸਾ ਦਾ, ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਦਾ, ਉਹ ਵੱਖਰਾ ਸੀਗਾ। ਅਸੀਂ ਉੱਥੇ ਬੈਠੇ ਸੀ, ਆਪਣੇ ਕੈਂਪ 'ਤੇ ਬੈਠੇ ਹੋਏ ਸੀ। ਤੇ ਹੁਣ ਤੁਹਾਡੀਆਂ ਸਰਕਾਰ ਤੋਂ ਕੀ ਮੰਗਾਂ ਨੇ? ਮੰਗਾਂ ਉਹੀ ਨੇ ਜਿਹੜੀਆਂ ਪਹਿਲਾਂ ਸੀਗੀਆਂ ਵੀ ਜਿਹੜਾ ਧਰਮਿੰਦਰ ਪ੍ਰਧਾਨ ਹੈ ਅਸਤੀਫਾ ਦੇਵੇ ਤੇ ਨਾਲ ਇੱਕ ਅਸੀਂ ਇਹ ਵੀ ਮੰਗ ਜੋੜਨਾ ਚਾਹੁੰਦੇ ਹਾਂ ਵੀ ਜਿਹੜਾ ਦਿੱਲੀ ਕਮਿਸ਼ਨਰ ਆਫ ਪੁਲਿਸ ਅਨੁਰਾਗ ਕੁਮਾਰ ਹੈ ਉਹਦੀ ਬਰਖਾਸਤਗੀ ਹੋਵੇ, ਉਹਨੂੰ ਅਸਤੀਫਾ ਦਿਵਾਇਆ ਜਾਵੇ, ਜਿਹਨੇ ਵਿਦਿਆਰਥੀਆਂ ਨੌਜਵਾਨਾਂ ਨਾਲ ਇੰਨੀ ਬਰਬਰਤਾ ਨਾਲ ਦਮਨ ਕੀਤਾ, ਪੈਲੇਟ ਗੰਨਾਂ ਚਲਾਈਆਂ ਨੇ, ਬੱਚਿਆਂ ਨੂੰ ਮਤਲਬ ਅੰਨਾ ਕਰਤਾ, ਬੱਚਿਆਂ ਨੂੰ ਵੈਂਟੀਲੇਟਰ 'ਤੇ ਭੇਜਤਾ, ਉਹਦਾ ਰਹਿਣਾ ਬਣਦਾ ਨਹੀਂ ਹੈਗਾ। ਉਹ ਕਾਲੀ ਰਾਤ ਵਿੱਚ ਮਤਲਬ ਉਹਦਾ ਤਬਾਦਲਾ ਹੋਇਆ, ਚੋਰਾਂ ਵਾਂਗੂ ਆਇਆ, ਚੋਰਾਂ ਵਾਂਗੂ ਉਹਨੇ ਸੋਨਮ ਵਾਂਗਚੁਕ ਨੂੰ ਚੱਕਿਆ ਤੇ ਉਸ ਤੋਂ ਬਾਅਦ ਉਹਨੇ ਮਤਲਬ ਬਹੁਤ ਬੁਜ਼ਦਿਲਾਂ ਵਾਂਗੂ ਇੱਕ ਕਰੂਰ ਬਾਦਸ਼ਾਹ ਵਾਂਗੂ ਮਤਲਬ ਐਕਟ ਕੀਤਾ ਤੇ 20 ਜੁਲਾਈ ਨੂੰ ਜਿਹੜਾ ਕੁਝ ਹੋਇਆ ਸਾਰੇ ਦੇਸ਼ ਨੇ ਦੇਖਿਆ। ਜੀ,
ਧੰਨਵਾਦ। ਤੇ ਗੱਲਬਾਤ ਅਸੀਂ ਅਮੀਨ ਜੀ ਦੇ ਨਾਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਮੰਗ ਉਹਨਾਂ ਦੀ ਇਹੀ ਹੈ ਕਿ ਜੋ ਧਰਮਿੰਦਰ ਪ੍ਰਧਾਨ ਸਿੱਖਿਆ ਮੰਤਰੀ ਨੇ ਉਹਨਾਂ ਦਾ ਅਸਤੀਫਾ ਹੋਵੇ, ਨਾਲ ਹੀ ਜੋ ਪੁਲਿਸ ਕਰਮਚਾਰੀਆਂ ਨੇ ਬੱਚਿਆਂ ਤੇ ਲਾਠੀ ਚਾਰਜ ਕੀਤਾ, ਹੋਰ ਬੱਚਿਆਂ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਮਾਰਕੁੱਟ ਕੀਤੀ ਗਈ, ਉਹ ਸਭ ਦੀ ਸਜ਼ਾ ਜਿਹੜੀ ਹੈ ਉਹ ਪੁਲਿਸ ਕਰਮਚਾਰੀਆਂ ਨੂੰ ਮਿਲਣੀ ਚਾਹੀਦੀ ਹੈ।